Hello friends, Sat Shri Akal. This is Gursevak Singh from your YouTube channel English Family 87. So ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਫਿਊਚਰ ਕੰਟੀਨਿਊਸ ਟੈਂਸ। ਫਿਊਚਰ ਕੰਟੀਨਿਊਸ ਟੈਂਸ। ਇਸ ਤੋਂ ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਐਂਡ ਪਾਸਟ ਕੰਟੀਨਿਊਸ ਜਿਹੜਾ ਟੈਂਸ ਹੈ ਉਹ ਆਪਾਂ ਕੀਤਾ ਹੈ। ਤੇ ਜਿਹੜਾ ਕੰਟੀਨਿਊਸ ਹੈ, ਕੰਟੀਨਿਊਸ ਟੈਂਸ ਤਿੰਨੋਂ ਹੀ ਪ੍ਰੈਜ਼ੈਂਟ, ਪਾਸਟ, ਫਿਊਚਰ। ਕੰਟੀਨਿਊਸ ਟੈਂਸ ਹੈ ਜਿਹੜਾ ਇਸ ਵਿੱਚ ਕੀ ਹੈ, ਜਦੋਂ ਕੋਈ ਕਿਰਿਆ ਜਿਹੜੀ ਕੋਈ ਐਕਸ਼ਨ ਹੈ ਉਹ ਚੱਲ ਰਿਹਾ ਹੈ ਪ੍ਰੈਜ਼ੈਂਟ ਦੇ ਵਿੱਚ, ਪਾਸਟ ਦੇ ਵਿੱਚ ਜਾਂ ਫਿਰ ਫਿਊਚਰ ਦੇ ਵਿੱਚ। ਦੇਖੋ ਇੱਕ ਐਗਜ਼ਾਮਪਲ ਦੇ ਨਾਲ ਸਭ ਤੋਂ ਪਹਿਲਾਂ ਦੀ ਪਹਿਚਾਨ ਦੇਖੋ ਕੀ ਹੁੰਦੀ ਹੈ। ਇਹਦੀ ਪਹਿਚਾਨ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ ਐਕਸੈਟਰਾ। ਦੇਖੋ ਇਸ ਦੀ ਪਹਿਚਾਨ ਰਿਹਾ ਹੋਵੇਗਾ। ਦੇਖੋ ਐਗਜ਼ਾਮਪਲ ਦੇ ਨਾਲ ਸਮਝੋ। ਮੰਨ ਲਓ ਅੱਜ 15 ਤਰੀਕ ਹੈ। ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਯਾਦ ਰੱਖੋ, ਅੱਜ ਹੈਗੀ 15 ਤਰੀਕ ਤੇ ਅੱਜ ਕੀ ਹੈ, ਟਾਈਮ ਕਿੰਨਾ ਹੈ, 4 ਵਜੇ ਹੋਏ ਨੇ। ਮੰਨ ਲਓ ਆਪਾਂ ਕੀ ਹੈ, ਕਿਤਾਬ ਪੜ੍ਹ ਰਹੇ ਹਾਂ। ਆਪਾਂ ਹਰ ਰੋਜ਼ 4 ਵਜੇ, ਇਹ ਆਪਣਾ ਰੂਟੀਨ ਹੈ ਕਿ ਆਪਾਂ ਹਰ ਰੋਜ਼ 4 ਵਜੇ ਕਿਤਾਬ ਚੁੱਕ ਕੇ ਆਪਾਂ ਕਿਤਾਬ ਹੈ ਜਿਹੜੀ ਪੜ੍ਹਨ ਲੱਗ ਜਾਂਦੇ ਹਾਂ। ਹੁਣ ਜਿਹੜਾ ਟਾਈਮ ਹੋਇਆ ਇਹ ਹੈਗਾ 4 ਵਜੇ ਦਾ, ਆਪਾਂ ਕਿਤਾਬ ਪੜ੍ਹਨ ਲੱਗ ਰਹੇ ਹਾਂ। ਤੇ ਜਦੋਂ ਆਪਾਂ ਹੁਣ ਦੀ ਗੱਲ ਕਰਾਂਗੇ ਪ੍ਰੈਜ਼ੈਂਟ ਦੀ, ਤਾਂ ਉਹ ਬਣੂ ਪ੍ਰੈਜ਼ੈਂਟ ਕੰਟੀਨਿਊ। ਆਈ ਐਮ ਰੀਡਿੰਗ ਅ ਬੁੱਕ। ਇਹ ਹੋ ਗਈ ਹੁਣ ਦੀ ਗੱਲ, ਜਿਹੜੇ ਕੋਈ ਆਪਣੀ ਅੱਖਾਂ ਦੇ ਸਾਹਮਣੇ ਕੋਈ ਚੱਲ ਰਿਹਾ ਐਕਸ਼ਨ, ਪ੍ਰੈਜ਼ੈਂਟ ਕੰਟੀਨਿਊ ਹੋ ਗਿਆ। ਆਈ ਐਮ ਰੀਡਿੰਗ ਅ ਬੁੱਕ। ਮੰਨ ਲਓ ਆਪਾਂ ਗੱਲ ਕਰਦੇ ਹਾਂ ਕੱਲ ਦੀ, ਪਿਛਲੇ ਦੀ, ਜੋ ਕੱਲ ਲੰਘ ਗਿਆ 14 ਤਰੀਕ। ਜੇ ਆਪਾਂ ਉਸ ਟਾਈਮ ਦੀ ਗੱਲ ਕਰੀਏ, ਕਿਉਂਕਿ ਜਿਹੜੀ ਕਿਤਾਬ ਹੈ ਆਪਾਂ ਹਰ ਰੋਜ਼ ਪੜ੍ਹਦੇ ਆ ਨਾ। ਹੁਣ ਜੇ ਆਪਾਂ ਗੱਲ ਕਰੀਏ ਵੀ 14 ਤਾਰੀਖ ਨੂੰ 4 ਵਜੇ, ਆਪਾਂ ਤੋਂ ਕੋਈ ਪੁੱਛੇ 14 ਤਾਰੀਖ ਨੂੰ 4 ਵਜੇ ਤੂੰ ਕੀ ਕਰ ਰਿਹਾ ਸੀ, ਆਪਾਂ ਕੀ ਕਹਾਂਗੇ? ਕਿਉਂਕਿ ਆਪਾਂ ਹਰ ਰੋਜ਼ ਬੁੱਕ ਪੜ੍ਹਦੇ ਹੁੰਦੇ ਆ। ਉਸ ਟਾਈਮ ਵੀ ਆਪਾਂ 4 ਵਜੇ 14 ਤਾਰੀਖ ਜਿਹੜਾ ਪਿਛਲਾ ਲੰਘ ਗਿਆ ਇੱਕ ਦਿਨ, ਆਪਾਂ ਕੀ ਕਰ ਰਹੇ ਸੀ, ਕਿਤਾਬ ਪੜ੍ਹ ਰਹੇ ਸੀ। ਤਾਂ ਉਹ ਕੀ ਹੋ ਗਿਆ, ਪਾਸਟ ਕੰਟੀਨਿਊ ਬਣੂਗਾ। ਕਿਉਂਕਿ ਉਸ ਟਾਈਮ ਆਪਾਂ ਜਦੋਂ ਜਿਹੜੇ ਟਾਈਮ ਦੀ ਆਪਾਂ ਗੱਲ ਕਰ ਰਹੇ ਹਾਂ 4 ਵਜੇ ਦੀ, ਪਿਛਲੇ ਦਿਨ ਦੀ, ਉਸ ਟਾਈਮ ਆਪਾਂ ਕੀ ਹੈ, ਕੋਈ ਐਕਸ਼ਨ ਕਰ ਰਹੇ ਸੀ ਕਿਤਾਬ ਪੜ੍ਹਨ ਦਾ। ਤਾਂ ਆਪਾਂ ਕੀ ਕਹਾਂਗੇ, ਆਈ ਵਾਜ਼। ਪਿੱਛੇ ਆਪਾਂ ਵਰ ਲਾਉਣਾ, ਵਾਜ਼ ਲਾਉਣਾ, ਪਿਛਲੇ ਆਪਾਂ ਜਿਹੜਾ ਕੀਤਾ ਟੈਂਸ ਉਹਦੇ ਵਿੱਚ ਸਾਰਾ ਕੁਝ ਕੀਤਾ ਆਪਾਂ ਇਸ ਦੇ ਰੂਲਸ। ਆਪਾਂ ਕਹਾਂਗੇ ਆਈ ਵਾਜ਼ ਰੀਡਿੰਗ ਅ ਬੁੱਕ ਯੈਸਟਰਡੇ। ਠੀਕ ਹੈ ਨਾ, ਆਈ ਵਾਜ਼ ਰੀਡਿੰਗ ਅ ਬੁੱਕ ਯੈਸਟਰਡੇ ਐਟ 4 o'clock, ਜੋ ਵੀ ਹੈ ਉਹ ਹੋ ਗਿਆ ਪਾਸਟ ਕੰਟੀਨਿਊ। ਹੁਣ ਮੰਨ ਲਓ ਆਪਾਂ ਕਰਦੇ ਹਾਂ ਆਉਣ ਵਾਲੇ ਕੱਲ ਦੀ ਗੱਲ। ਅੱਜ 15 ਤਾਰੀਖ ਹੈ, ਆਪਾਂ 14 ਤਾਰੀਖ ਦੀ ਗੱਲ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ 16 ਤਾਰੀਖ ਦੀ। ਆਪਾਂ ਤੋਂ ਕੋਈ ਪੁੱਛ ਰਿਹਾ ਹੈ ਕਿ ਕੱਲ ਨੂੰ ਤੂੰ ਕੀ ਕਰੇਗਾ। ਆਪਾਂ ਤੋਂ ਕੱਲ ਦੀ ਗੱਲ ਪੁੱਛ ਰਿਹਾ ਵੀ ਕੱਲ ਨੂੰ ਤੂੰ ਇਸ ਟਾਈਮ ਕੀ ਕਰੇਗਾ। ਤਾਂ ਆਪਾਂ ਦੇਖੋ ਆਪਣਾ ਰੂਟੀਨ ਬਣਿਆ ਹੋਇਆ, ਆਪਾਂ ਹਰ ਰੋਜ਼ 4 ਵਜੇ ਕਿਤਾਬ ਪੜ੍ਹਦੇ ਹਾਂ। ਆਪਾਂ ਹੁਣ ਕਿਤਾਬ ਪੜ੍ਹ ਰਹੇ ਹਾਂ, ਪ੍ਰੈਜ਼ੈਂਟ ਕੰਟੀਨਿਊ ਹੋ ਗਿਆ। ਕੱਲ ਵੀ ਆਪਾਂ ਇਸ ਟਾਈਮ ਕਿਤਾਬ ਪੜ੍ਹ ਰਹੇ ਸੀ, ਪ੍ਰੈਜ਼ੈਂਟ ਕੰਟੀਨਿਊ ਹੋ ਗਿਆ। ਹੁਣ ਆਪਾਂ ਕਿਸੇ ਨੂੰ ਕਹਾਂਗੇ ਵੀ ਕੱਲ ਨੂੰ ਵੀ ਮੈਂ 4 ਵਜੇ ਕੀ ਕਰ ਰਿਹਾ ਹੂੰ, ਮੈਂ ਕਿਤਾਬ ਪੜ੍ਹ ਰਿਹਾ ਹੋਵਾਂਗਾ। ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ। ਕਿਉਂਕਿ ਅੱਜ 4 ਵਜੇ ਨੇ ਆਪਾਂ ਕਿਤਾਬ ਪੜ੍ਹ ਰਹੇ ਹਾਂ, ਹਰ ਰੋਜ਼ ਕਿਤਾਬ ਪੜ੍ਹਦੇ ਹਾਂ। ਇਟ ਮੀਨਸ ਜਿਹੜਾ ਆਉਣ ਵਾਲਾ ਕੱਲ ਹੈ, ਆਪਾਂ ਉਸ ਕੱਲ ਦੀ ਵੀ ਕੀ ਹੈ, ਪ੍ਰੈਡਿਕਸ਼ਨ ਕਰਦੇ ਹਾਂ ਕਿ ਆਉਣ ਵਾਲੇ ਕੱਲ ਨੂੰ ਵੀ ਮੈਂ 4 ਵਜੇ ਕਿਤਾਬ ਹੈ ਜਿਹੜੀ ਪੜ੍ਹ ਰਿਹਾ ਹੋਵਾਂਗਾ। ਠੀਕ ਹੈ ਨਾ, ਵੀ ਐਕਸ਼ਨ ਹੈ ਜਿਹੜਾ ਮੇਰਾ ਹੋ ਰਿਹਾ ਹੋਊਗਾ ਕੱਲ ਨੂੰ ਵੀ ਇਸ ਟਾਈਮ। ਠੀਕ ਹੈ, ਤਾਂ ਉੱਥੇ ਆਪਾਂ ਬਣਾਵਾਂਗੇ ਫਿਊਚਰ ਕੰਟੀਨਿਊ। ਤਾਂ ਆਪਾਂ ਕਹਾਂਗੇ ਆਈ ਵਿਲ ਬੀ, ਉੱਥੇ ਆਪਾਂ ਵਿਲ ਬੀ ਦਾ ਯੂਜ਼ ਕਰਾਂਗੇ। ਇਹ ਆਪਾਂ ਜਦੋਂ ਸਟਰਕਚਰ ਤੁਹਾਨੂੰ ਕਰਵਾਵਾਂਗਾ, ਸਾਰਾ ਕੁਝ ਦੱਸਾਂਗਾ। ਤਾਂ ਦੇਖੋ ਮੈਂ ਕਹੂੰਗਾ ਆਈ ਵਿਲ ਬੀ ਰੀਡਿੰਗ ਅ ਬੁੱਕ ਟੁਮਾਰੋ, ਕਿ ਮੈਂ ਆਉਣ ਵਾਲੇ ਕੱਲ ਨੂੰ ਵੀ 4 ਵਜੇ ਜਿਹੜੀ ਕਿਤਾਬ ਹੈ ਪੜ੍ਹ ਰਿਹਾ ਹੋਵਾਂਗਾ। ਸੋ ਪ੍ਰੈਜ਼ੈਂਟ ਦੇ ਵਿੱਚ ਰਿਹਾ ਹੈ, ਰਹੀ ਹੈ, ਰਹੇ ਹਨ। ਪਾਸਟ ਦੇ ਵਿੱਚ ਪਹਿਚਾਨ ਸੀ, ਰਿਹਾ ਸੀ, ਰਹੇ ਸੀ, ਰਹੀਆਂ ਸਨ। ਫਿਊਚਰ ਦੇ ਵਿੱਚ ਹੈ ਜਿਹੜੀ ਇਸ ਦੀ ਪਹਿਚਾਨ ਹੋਵੇਗੀ, ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ। ਸੋ ਇਸ ਦਾ ਸਟਰਕਚਰ ਹੈ ਜਿਹੜਾ, ਦੇਖੋ ਸਭ ਤੋਂ ਪਹਿਲਾਂ ਅਫਰਮੇਟਿਵ ਦੇ ਵਿੱਚ ਜੇਕਰ ਕਿਸੇ ਸੈਂਟੈਂਸ ਦੇ ਪਿੱਛੇ, ਵਾਕ ਦੇ ਪਿੱਛੇ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ ਆਉਂਦੇ ਨੇ, ਤਾਂ ਉਹ ਸਮਝ ਲਓ ਫਿਊਚਰ ਕੰਟੀਨਿਊ ਹੈ। ਪਰ ਇੱਕ ਗੱਲ ਹੋਰ ਹੈ, ਸਿਰਫ ਜਦੋਂ ਆਪਾਂ ਫਿਊਚਰ ਦੀ ਗੱਲ ਕਰ ਰਹੇ ਹਾਂ ਉਦੋਂ ਹੀ ਆਪਾਂ ਇਸ ਸਟਰਕਚਰ ਮੁਤਾਬਕ ਬਣਾਉਣਾ ਹੈ। ਫਿਊਚਰ ਕੰਟੀਨਿਊ ਮਤਲਬ ਜਦੋਂ ਆਪਾਂ ਫਿਊਚਰ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ। ਜਦੋਂ ਫਿਊਚਰ ਦੇ ਲਈ ਆਉਂਦਾ ਉਦੋਂ ਸਿਰਫ ਆਪਾਂ ਇਹ ਜਿਹੜਾ ਟੈਂਸ ਦੇ ਮੁਤਾਬਕ ਬਣਾਉਣੇ ਨੇ। ਬਟ ਜੇਕਰ ਕਈ ਵਾਰ ਕੀ ਹੁੰਦਾ ਹੈ, ਆਪਾਂ ਪ੍ਰੈਜ਼ੈਂਟ ਦੇ ਲਈ ਵੀ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਹੈ, ਇਸ ਟਾਈਮ ਚੱਲ ਰਿਹਾ ਹੈ, ਆਪਾਂ ਉਹਦੇ ਲਈ ਵੀ ਰਿਹਾ ਹੋਵੇਗਾ, ਰਹੀ ਹੋਵੇਗੀ ਦੀ ਜਿਹੜਾ ਆਪਾਂ ਯੂਜ਼ ਹੈ ਕਰ ਸਕਦੇ ਹਾਂ। ਉਹ ਕਿੱਦਾਂ? ਜਿੱਦਾਂ ਮੰਨ ਲਓ ਦੇਖੋ
ਇਸ ਟਾਈਮ ਆਪਾਂ ਹੁਣ ਦੀ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ, ਆਪਾਂ ਇੱਥੇ ਖੜੇ ਹਾਂ, ਠੀਕ ਹੈ ਨਾ, ਆਪਾਂ ਇੱਥੇ ਖੜੇ ਹਾਂ, ਆਪਾਂ ਕਿਸੇ ਨੂੰ ਕਾਲ ਦਿੱਤੀ ਕਿ ਮੰਨ ਲਓ ਰਾਮ, ਆਪਾਂ ਰਾਮ ਨੂੰ ਬੁਲਾਉਣ ਆਇਆ, ਠੀਕ ਹੈ, ਕਿ ਰਾਮ ਕੀ ਕਰ ਰਿਹਾ ਹੈ ਨਾ, ਰਾਮ ਕੀ ਕਰ ਰਿਹਾ ਹੈ। ਮੰਨ ਲਓ ਆਪਾਂ ਨੂੰ ਰਾਮ ਦੇ ਘਰੋਂ ਕੋਈ ਕਹਿੰਦਾ ਕਿ ਉਹ ਤਾਂ ਸੋ ਰਿਹਾ ਹੋਵੇਗਾ, ਹੈ ਨਾ, ਆਪਾਂ ਕਹਿੰਦੇ ਵੀ ਇਸ ਟਾਈਮ ਚਲੋ ਰਾਮ ਨੂੰ ਜਾ ਕੇ ਮਿਲਦੇ ਹਾਂ। ਦੇਖੋ ਸਮਝੋ ਦਿਮਾਗ ਨਾਲ, ਆਪਾਂ ਕਹਿ ਰਹੇ ਹਾਂ ਇਸ ਟਾਈਮ ਪ੍ਰੈਜ਼ੈਂਟ ਦੇ ਵਿੱਚ ਕਿ ਚਲੋ ਆਪਾਂ ਯਾਰ ਰਾਮ ਦੇ ਘਰ ਚੱਲਦੇ ਹਾਂ, ਰਾਮ ਨੂੰ ਜਾ ਕੇ ਮਿਲਦੇ ਹਾਂ। ਤਾਂ ਆਪਣੇ ਚੋਂ ਕੋਈ ਨਾਲ ਦਾ ਆਪਾਂ ਨੂੰ ਬੰਦਾ ਕਹਿੰਦਾ ਕਿ ਰਾਮ ਤਾਂ ਇਸ ਟਾਈਮ, ਕਿਉਂਕਿ ਰਾਮ ਹਰ ਰੋਜ਼ ਦੁਪਹਿਰੇ ਮੰਨ ਲਓ 2 ਵਜੇ ਸੌਂਦਾ, ਤਾਂ ਹੁਣ 2 ਵਜੇ ਦਾ ਟਾਈਮ ਹੈ, ਆਪਾਂ ਕਹਿਣਾ ਚਲੋ ਰਾਮ ਨੂੰ ਜਾ ਕੇ ਮਿਲਦੇ ਹਾਂ। ਤਾਂ ਜਿਹੜਾ ਆਪਣਾ ਨਾਲ ਦਾ ਬੰਦਾ ਹੈ ਉਹ ਆਪਾਂ ਨੂੰ ਕਹਿੰਦਾ ਕਿ ਰਾਮ ਤਾਂ ਇਸ ਟਾਈਮ ਸੋ ਰਿਹਾ ਹੋਵੇਗਾ। ਦੇਖੋ ਰਿਹਾ ਹੋਵੇਗਾ, ਰਹੀ ਹੋਵੇਗੀ, ਪਹਿਚਾਨ ਤਾਂ ਉਹੀ ਹੈ ਨਾ, ਰਿਹਾ ਹੋਵੇਗਾ, ਰਹੀ ਹੋਵੇਗੀ, ਬਟ ਉਹ ਯੂਜ਼ ਹੋ ਰਿਹਾ ਪ੍ਰੈਜ਼ੈਂਟ ਦੇ ਲਈ। ਉਹ ਇਸ ਟਾਈਮ ਦੇ ਲਈ ਕਹਿ ਰਿਹਾ ਕਿ ਇਸ ਟਾਈਮ ਰਾਮ ਸੋ ਰਿਹਾ ਹੋਵੇਗਾ। ਤਾਂ ਉੱਥੇ ਆਪਾਂ ਜਿਹੜਾ ਇਹ ਸਟਰਕਚਰ ਹੈ ਫਿਊਚਰ ਕੰਟੀਨਿਊ ਦਾ, ਉੱਥੇ ਆਪਾਂ ਇਹ ਯੂਜ਼ ਨਹੀਂ ਕਰਾਂਗੇ, ਉੱਥੇ ਆਪਾਂ ਵਿਲ ਦੀ ਜਗ੍ਹਾ ਤੇ ਵੁੱਡ ਯੂਜ਼ ਕਰਦੇ ਹਾਂ। ਉਹ ਆਪਾਂ ਜਦੋਂ ਇਹ ਟੈਂਸ ਕਰ ਲਿਆ, ਇਸ ਤੋਂ ਬਾਅਦ ਵਿਲ ਅਤੇ ਵੁੱਡ, ਉਹਦੇ ਵਿੱਚ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਆਪਾਂ ਇਕੱਠਾ ਇੱਕ ਸਾਥ ਕਰਾਂਗੇ, ਉਦੋਂ ਤੁਹਾਨੂੰ ਪਤਾ ਚੱਲੇਗਾ। ਆਪਾਂ ਫਿਊਚਰ ਕੰਟੀਨਿਊ ਸਿਰਫ ਯੂਜ਼ ਕਰਨਾ ਹੈ ਰਿਹਾ ਹੋਵੇਗਾ, ਰਹੀ ਹੋਵੇਗੀ ਫਿਊਚਰ ਦੇ ਲਈ, ਵੀ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਇਸ ਤੋਂ ਆਉਣ ਵਾਲਾ ਸਮਾਂ, ਜਿਹੜਾ ਸਮਾਂ ਇਸ ਤੋਂ ਅੱਗੇ ਆਏਗਾ ਕੁਝ ਕੁ ਟਾਈਮ ਬਾਅਦ, ਜਿਹੜਾ ਸਮਾਂ ਚੱਲ ਰਿਹਾ ਹੈ, ਜੇਕਰ ਆਪਾਂ ਚੱਲ ਰਹੇ ਸਮੇਂ ਦੇ ਲਈ ਆਪਾਂ ਰਿਹਾ ਹੋਵੇਗਾ, ਰਹੀ ਹੋਵੇਗੀ ਯੂਜ਼ ਕਰਦੇ ਹਾਂ, ਉੱਥੇ ਆਪਾਂ ਇਹ ਸਟਰਕਚਰ ਅਪਲਾਈ ਨਹੀਂ ਕਰਾਂਗੇ। ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ, ਕਿਉਂਕਿ ਇੱਕ ਤਾਂ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਰਾਮ ਨੂੰ ਕੱਲ ਨੂੰ ਮਿਲਾਂਗੇ, ਤਾਂ ਆਪਾਂ ਨੂੰ ਆਪਣਾ ਬੰਦਾ ਕਹਿੰਦਾ ਹੈ ਕੱਲ ਨੂੰ ਤਾਂ ਰਾਮ ਕੰਮ ਕਰ ਰਿਹਾ ਹੋਵੇਗਾ, ਕੱਲ ਨੂੰ ਰਾਮ ਸੋ ਰਿਹਾ ਹੋਵੇਗਾ। ਇਹ ਹੋ ਗਿਆ ਫਿਊਚਰ, ਇਹ ਹੋ ਗਿਆ ਇਹ ਵਾਲਾ ਫਿਊਚਰ। ਜੇਕਰ ਆਪਾਂ ਕਹਿੰਦੇ ਆ ਚਲੋ ਰਾਮ ਨੂੰ ਜਾ ਕੇ ਮਿਲਦੇ ਆ, ਇਸ ਟਾਈਮ ਦੀ ਗੱਲ ਕਰ ਰਹੇ ਆ ਪ੍ਰੈਜ਼ੈਂਟ ਦੀ, ਤਾਂ ਆਪਾਂ ਨੂੰ ਕੋਈ ਬੰਦਾ ਕਹਿੰਦਾ ਵੀ ਇਸ ਟਾਈਮ ਰਾਮ ਸੋ ਰਿਹਾ ਹੋਵੇਗਾ, ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ, ਤਾਂ ਉੱਥੇ ਇਹ ਚੀਜ਼ ਹੈ ਜਿਹੜੀ ਵਿਲ ਵਾਲਾ ਜਿਹੜਾ ਆਪਾਂ ਯੂਜ਼ ਨਹੀਂ ਕਰਾਂਗੇ। ਉੱਥੇ ਕੀ ਹੋਊਗਾ ਵੁੱਡ। ਉਹ ਆਪਾਂ ਸਿਰਫ ਕਰ ਰਹੇ ਹਾਂ ਪ੍ਰੈਜ਼ੈਂਟ ਕੰਟੀਨਿਊ, ਜਦੋਂ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ, ਐਕਸ਼ਨ ਹੋਣ ਦੀ, ਕੰਟੀਨਿਊ। ਇਹਦੇ ਵਿੱਚ ਕੀ ਹੈ, ਜੇਕਰ ਕਿਸੇ ਵਾਕ ਦੇ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹਨ, ਇਸ ਤਰ੍ਹਾਂ ਆਉਂਦਾ ਹੈ, ਤਾਂ ਆਪਾਂ ਅਫਰਮੇਟਿਵ ਦੇ ਵਿੱਚ ਕਿਸ ਤਰ੍ਹਾਂ ਬਣਾਵਾਂਗੇ ਵੀ ਜੇਕਰ ਜਿਹੜਾ ਵਾਕ ਹੈ ਨਾ ਤਾਂ ਨੈਗੇਟਿਵ ਹੈ ਅਤੇ ਨਾ ਹੀ ਇੰਟਰੋਗੇਟਿਵ ਹੈ। ਤਾਂ ਸਭ ਤੋਂ ਪਹਿਲਾਂ ਸਬਜੈਕਟ ਤੋਂ ਬਾਅਦ ਪਲੱਸ ਵਿਲ ਬੀ, ਸਬਜੈਕਟ ਪਲੱਸ ਵਿਲ ਬੀ ਪਲੱਸ ਵਰਬ ਦੀ ਫਸਟ ਫਾਰਮ ing ਆਬਜੈਕਟ। ਕੰਟੀਨਿਊ ਦੇ ਵਿੱਚ ਹਮੇਸ਼ਾ ਹੀ ਆਪਾਂ ਕੰਟੀਨਿਊ ਟੈਂਸ ਦੇ ਵਿੱਚ ਵਰਬ ਦੀ ਫਸਟ ਫਾਰਮ ਦੇ ਨਾਲ ing, ਜਿਹੜਾ ਹੈਲਪਿੰਗ ਵਰਬ ਹੈ ਉਹ ਬੁਲਾਵਾਂਗੇ ਆਪਾਂ ਵਿਲ ਬੀ। ਪਹਿਲਾਂ ਆਪਾਂ ਕੀ ਕਰਦੇ ਸੀ, ਵਿਲ ਵੀ ਸ਼ੈਲ ਵੀ, ਮਤਲਬ ਵਿਲ ਅਤੇ ਸ਼ੈਲ। ਬਟ ਕੀ ਹੈ ਅੱਜ ਕੱਲ ਕੀ ਹੈ, ਇੰਗਲਿਸ਼ ਦੇ ਵਿੱਚ ਜਿਹੜਾ ਸ਼ੈਲ ਹੈ ਉਹ ਐਜ਼ ਅ ਮਾਡਲ ਐਕਸਿਲਰੀ ਵਰਬ ਹੈ ਜਿਹੜਾ ਉਸਦਾ ਯੂਜ਼ ਹੁੰਦਾ ਹੈ। ਸਿਰਫ ਵਿਲ ਦਾ ਹੀ ਆਪਾਂ ਯੂਜ਼ ਕਰਦੇ ਹਾਂ ਫਿਊਚਰ ਟੈਂਸ ਦੇ ਲਈ, ਫਿਊਚਰ ਇੰਡੈਫੀਨਿਟ, ਫਿਊਚਰ ਕੰਟੀਨਿਊ, ਫਿਊਚਰ ਪਰਫੈਕਟ ਕੰਟੀਨਿਊ, ਸਾਰਿਆਂ ਦੇ ਲਈ ਹੀ। ਸਬਜੈਕਟ ਲਾਵਾਂਗੇ, ਫਿਰ ਵਿਲ ਵੀ, ਫਿਰ ਵਰਬ ਦੀ ਫਸਟ ਫਾਰਮ ਨਾਲ ing, ਤੇ ਫਿਰ ਆਪਾਂ ਲਾਵਾਂਗੇ ਆਬਜੈਕਟ। ਜਿੱਦਾਂ ਦੇਖੋ ਆਪਾਂ ਕੱਲ ਦੀ ਗੱਲ ਕਰ ਰਹੇ ਹਾਂ, ਮੈਂ ਕੱਲ ਨੂੰ ਕਿਤਾਬ ਪੜ੍ਹ ਰਿਹਾ ਹੋਵਾਂਗਾ, ਮੈਂ ਕੱਲ ਨੂੰ ਕਿਤਾਬ ਪੜ੍ਹ ਰਿਹਾ ਹੋਵਾਂਗਾ। ਜਿਹੜਾ ਕਿਤਾਬ ਪੜ੍ਹਨ ਦਾ ਕੰਮ ਹੈ ਉਹ ਕੌਣ ਕਰ ਰਿਹਾ ਹੋਊਗਾ, ਮੈਂ, ਸਬਜੈਕਟ ਹੋ ਗਿਆ ਮੈਂ। ਤਾਂ ਕੀ ਕਹਾਂਗੇ ਆਪਾਂ I will be ਵਰਬ ਦੀ ਫਸਟ ਫਾਰਮ ਨਾਲ ing, ਪੜ੍ਹਨ ਦੀ ਗੱਲ ਹੋ ਰਹੀ ਹੈ ਰੀਡਿੰਗ, I will be reading, ਕਿਤਾਬ ਪੜ੍ਹ ਰਿਹਾ ਹੋਵਾਂਗਾ a book, ਕਦੋਂ, ਕੱਲ ਨੂੰ, ਆਉਣ ਵਾਲੇ ਕੱਲ ਨੂੰ, tomorrow। ਇਹ ਬਣ ਗਿਆ, ਮੈਂ ਕੱਲ ਨੂੰ ਕਿਤਾਬ ਪੜ੍ਹ ਰਿਹਾ ਹੋਵਾਂਗਾ, I will be reading a book tomorrow। ਇਹ ਆਪਣਾ ਹੋ ਗਿਆ ਅਫਰਮੇਟਿਵ। ਆਪਾਂ ਫਿਲਹਾਲ ਸਿਰਫ ਇੱਕ ਸੈਂਟੈਂਸ ਹੀ ਲੈ ਕੇ ਚੱਲਾਂਗੇ। ਪ੍ਰੈਕਟਿਸ ਐਕਸਰਸਾਈਜ਼ ਦੇ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੇ ਸੈਂਟੈਂਸ ਨੇ ਉਹਨਾਂ ਦੀ ਪ੍ਰੈਕਟਿਸ ਕਰਾਂਗੇ। ਸੋ ਨੈਕਸਟ ਦੇਖੋ, ਜੇਕਰ ਹੋਵੇ ਨੈਗੇਟਿਵ ਦੇ ਵਿੱਚ ਆਪਾਂ ਸਿਰਫ ਕੀ ਹੈ ਨੋਟ ਦਾ ਯੂਜ਼ ਕਰਦੇ ਹੁੰਦੇ ਆ। ਤਾਂ ਉਹਦੇ ਵਿੱਚ ਕੀ ਆਊ, ਪਹਿਲਾਂ ਤੁਸੀਂ ਲਾਓਗੇ ਸਬਜੈਕਟ ਪਲੱਸ ਵਿਲ ਤੋਂ ਬਾਅਦ ਨੋਟ। ਜਦੋਂ ਆਪਾਂ ਨੈਗੇਟਿਵ ਦੇ ਵਿੱਚ, ਅਫਰਮੇਟਿਵ ਤੋਂ ਨੈਗੇਟਿਵ ਦੇ ਵਿੱਚ ਜਦੋਂ ਆਪਾਂ ਨੋਟ ਦਾ ਯੂਜ਼ ਕਰਨਾ ਹੈ ਤਾਂ ਹਮੇਸ਼ਾ ਜਿਹੜਾ ਮੇਨ ਹੈਲਪਿੰਗ ਵਰਬ ਹੈ ਉਸ ਤੋਂ ਬਾਅਦ ਹੀ ਆਪਾਂ ਨੋਟ ਦਾ ਯੂਜ਼ ਕਰਾਂਗੇ। ਇਜ਼ ਐਮ ਆਰ ਹੋ ਗਿਆ, ਇਜ਼ ਐਮ ਆਰ ਤੋਂ ਬਾਅਦ ਵਾਜ਼ ਵਰ ਵਿਲ ਸ਼ੈਲ, ਤਾਂ ਵਿਲ ਤੋਂ ਬਾਅਦ ਨੋਟ ਪਲੱਸ ਉਸ ਤੋਂ ਬਾਅਦ
बी उस तो बाद एज इट लिखा जाऊगा। मतलब कि सारा स्ट्रक्चर सेम यही आएगा, सिर्फ विल तो बाद इत्थे नॉट का आप यूज करांगे। सब्जेक्ट विल नॉट बी प्लस वर्ब दी फर्स्ट फॉर्म नाल आईएनजी प्लस ऑब्जेक्ट। देखो मैं कल नू किताब नहीं पढ़ रहा होवांगा। मान लो आप हर रोज 4 बजे किताब पढ़ते हैं, है ना। आप कहता मैं कल नू किताब पढ़ रहा होवांगा, ठीक है। मान लो एक दिन कोई इहो जिहा आउंदा है, आप कल का प्लान किया भी कि मैं कल नू किताब नहीं पढ़ूंगा, तो आप तो कोई पूछता है कल नू की करेगा, कल नू भी किताब पढ़ेगा, तो आप कहने मैं इस टाइम है जिहड़ा, ठीक है 4 बजे, मैं कल नू किताब नहीं पढ़ रहा होवांगा, कल नू मैं मूवी देख रहा होवांगा, कुछ भी कह सकता है अगे, ठीक है। मैं कल नू किताब नहीं पढ़ रहा होवांगा, आई विल नॉट बी रीडिंग अ बुक टुमारो। आई विल नॉट बी रीडिंग अ बुक टुमारो, इस तरह यह नेगेटिव बन जाएगा। अगला इंटैरोगेटिव। इंटैरोगेटिव दे विच आपां हमेशा की करते हैं, जिहड़ा हैल्पिंग वर्ब है उसनूं आपां अगे, हैल्पिंग वर्ब नूं आपां कढ के अगे लिख दिंदे आ। तो सब तो पहला की आऊगा विल। देखो उस तो भी पहला इंटैरोगेटिव दे विच जिस तरह आपां हर बार करते हैं WH फैमिली, WH फैमिली का कोई भी मैंबर है जिहड़ा हो सकता है। जेकर आप क्वेश्चन दा जिहड़ा आपां तो क्वेश्चन पूछा गया उसका आपां आंसर यस अते नो दे विच नहीं दे सकते, तो समझो WH फैमिली का कोई ना कोई उत्थे मैंबर है जिहड़ा हैगा। WH फैमिली मैंबर सब तो पहला प्लस उस तो बाद विल है जिहड़ा हैल्पिंग वर्ब आपां अगे लिखांगे, तब आजू विल प्लस सब्जेक्ट। सिर्फ कला विल अगे लेके आना है, कला आपां विल है जिहड़ा वो अगे लेके आवांगे, बी है जिहड़ा उत्थे रहूगा आफ्टर सब्जेक्ट। देखो WH फैमिली विल सब्जेक्ट प्लस बी, बी उत्थे है, बाकी सारा प्लस वर्ब दी फर्स्ट फॉर्म, इस नाल आपां लावांगे आईएनजी ऑब्जेक्ट क्वेश्चन मार्क, ठीक है ना। देखो हुण आपां नूं की है क्वेश्चनिंग हो रही है कि कल नूं आपां किसी तो पूछ रहे हां कि तू कल नूं किताब पढ़ रहा होवेगा, कि तू कल नूं किताब पढ़ रहा होवेगा, तो यस और नो आप कह सकते हैं। इट मीनस की है WH फैमिली जिहड़ा इत्थे नहीं हैगा, सिर्फ की है विल तो स्टार्ट होगा कि तू कल नूं किताब पढ़ रहा होवेगा, विल सब्जेक्ट की है आप कह रहे कि तू, यू विल यू बी, विल यू बी रीडिंग अ बुक टुमारो, विल यू बी रीडिंग अ बुक टुमारो। जेकर WH फैमिली का कोई मैंबर हुंदा, ठीक है, तो आप तो पूछदा तू कल नूं किताब क्यों पढ़ रहा होवेगा, तू कल नूं किताब कित्थे पढ़ रहा होवेगा। जेकर वो कहंदा तू कल नूं किताब कित्थे पढ़ रहा होवेगा, तो आप ला दे वेयर, वेयर विल यू बी रीडिंग अ बुक टुमारो। जेकर कहना कल नूं किताब क्यों पढ़ रहा होवेगा, वाई विल यू बी रीडिंग अ बुक टुमारो। आई होप के समझ आ रहा है। देखो नेक्स्ट लास्ट स्ट्रक्चर है जिहड़ा वो हैगा इंटैरोगेटिव प्लस नेगेटिव। जेकर अपना जिहड़ा सेंटेंस है वो इंटैरोगेटिव भी है और नेगेटिव भी है, वो किस तरह होवेगा। देखो इंटैरोगेटिव की हो गया कि तू कल नूं किताब पढ़ रहा होवेगा, इंटैरोगेटिव प्लस नेगेटिव कि तू कल नूं किताब नहीं पढ़ रहा होवेगा। प्रश्न भी पूछ रहा है ते विच नॉट है, जिहड़ा नॉट का यूज भी हो रहा है, मतलब नेगेटिव भी है। तो उहदे लई की है तुहानूं हर टेंस दे विच मैं दसदा जिहड़ा ये स्ट्रक्चर है इंटैरोगेटिव दा कल्ला जिहड़ा स्ट्रक्चर है इंटैरोगेटिव प्लस नेगेटिव दे विच सेम यही स्ट्रक्चर है जिहड़ा आऊगा, सिर्फ आपां एक नॉट का यूज करांगे आफ्टर सब्जेक्ट। हमेशा इंटैरोगेटिव तो इंटैरोगेटिव प्लस नेगेटिव करन लगे सिर्फ एक नॉट का यूज करना है आफ्टर सब्जेक्ट। देखो की आजू WH फैमिली पहला आ सकती है जेकर कोई होवे, प्लस विल प्लस सब्जेक्ट। देखो ये इंटैरोगेटिव भी है प्लस नेगेटिव भी है। इंटैरोगेटिव है विल हेल्पिंग वर्ब अगे आ गया, नाल नेगेटिव भी है, तो हमेशा जिहड़ा नॉट है सब्जेक्ट तो बाद, उस तो बाद की रह गया बी रह गई, सब्जेक्ट तो बाद नॉट आ गया तो रह गई बी प्लस वर्ब दी फर्स्ट फॉर्म दे नाल
ing प्लस ऑब्जेक्ट क्वेश्चन मार्क। देखो ਇਹਦੇ ਵਿੱਚ ਆਪਾਂ ਨੂੰ ਕੀ ਸੀ ਕਿ ਤੂੰ ਕੱਲ ਨੂੰ ਕਿਤਾਬ ਪੜ੍ਹ ਰਿਹਾ ਹੋਵੇਗਾ। ਇਹਦੇ ਵਿੱਚ ਆ ਜੂ ਕਿ ਤੂੰ ਕੱਲ ਨੂੰ ਕਿਤਾਬ ਨਹੀਂ ਪੜ੍ਹ ਰਿਹਾ ਹੋਵੇਗਾ ਤਾਂ ਕੀ ਆ ਜੂ will ਸਬਜੈਕਟ ਆ ਗਿਆ you ਤੁਸੀਂ ਦੀ ਗੱਲ ਕਰ ਰਹੇ ਆ will you not क्योंकि नेगेटिव है will you not be reading a book tomorrow जेकर दिखाई नहीं दे रहा तो मैं बोल रहा will you not be reading a book ਇਹਦੇ ਮੁਤਾਬਕ ਹੋ ਗਿਆ will subject you will you not be reading a book tomorrow ਕੱਲ ਨੂੰ ਤਾਂ ਪਲਾਤਾ tomorrow। ਜੇਕਰ ਇਹਦੇ ਵਿੱਚ ਵੀ WH ਫੈਮਿਲੀ ਹੋਵੇ ਤੂੰ ਕੱਲ ਨੂੰ ਕਿਤਾਬ ਕਿਉਂ ਨਹੀਂ ਪੜ੍ਹ ਰਿਹਾ ਹੋਵੇਗਾ ਤਾਂ ਅੱਗੇ ਨੂੰ why ਤੂੰ ਕੱਲ ਨੂੰ ਕਿਤਾਬ ਕਿੱਥੇ ਨਹੀਂ ਪੜ੍ਹ ਰਿਹਾ ਹੋਵੇਗਾ where ਤੂੰ ਕੱਲ ਨੂੰ ਕਿਤਾਬ ਕਦੋਂ ਨਹੀਂ ਪੜ੍ਹ ਰਿਹਾ ਹੋਵੇਗਾ when। ਤਾਂ ਇਸ ਤਰ੍ਹਾਂ ਆਪਾਂ ਇਹ ਬਣਾਉਂਦੇ ਚਲੇ ਜਾਵਾਂ। ਆਈ ਹੋਪ ਕਿ ਬਿਲਕੁਲ ਆਸਾਨ ਹੈ ਸਮਝ ਆਇਆ ਹੋਵੇਗਾ। ਫਿਲਹਾਲ ਆਪਾਂ ਸਿਰਫ ਕੀ ਹੈ ਇੱਕ ਐਗਜ਼ਾਮਪਲ ਹੀ ਲੈ ਕੇ ਚੱਲੇ ਆ ਸਾਰਿਆਂ ਦੇ ਵਿੱਚ ਆਪਾਂ ਇੱਕੋ ਐਗਜ਼ਾਮਪਲ ਉਹੀ ਐਗਜ਼ਾਮਪਲ ਪਹਿਲਾਂ ਅਫਰਮੇਟਿਵ ਨੈਗੇਟਿਵ ਇੰਟਰੋਗੇਟਿਵ ਪਲੱਸ ਨੈਗੇਟਿਵ ਕਿਉਂਕਿ ਉਸ ਨਾਲ ਕੀ ਹੈ ਇੱਕ ਐਗਜ਼ਾਮਪਲ ਨਾਲ ਤੁਹਾਨੂੰ ਬੈਟਰ ਸਮਝ ਆਉਂਦਾ ਜਾਂਦਾ ਹੈ। ਅਫਰਮੇਟਿਵ ਬਣਾਵਾਂਗੇ ਨੈਗੇਟਿਵ ਇੰਟਰੋਗੇਟਿਵ ਇੱਕੋ ਹੀ ਐਗਜ਼ਾਮਪਲ ਦਾ ਕਿੱਦਾਂ ਆਪਾਂ ਯੂਜ਼ ਕਰਨਾ ਹੈ ਤੁਹਾਨੂੰ ਪਤਾ ਚੱਲਦਾ ਜਾ ਰਿਹਾ ਹੈ। ਬਟ ਕਈ ਐਗਜ਼ਾਮਪਲਸ ਕੀ ਹੁੰਦੀਆਂ ਨੇ ਥੋੜੀ ਪਜ਼ਲਿੰਗ ਹੁੰਦੀਆਂ ਨੇ ਆਪਾਂ ਨੂੰ ਨਹੀਂ ਪਤਾ ਚੱਲਦਾ ਵਿੱਚ ਜਿਹੜੀਆਂ ਪ੍ਰੈਪੋਜੀਸ਼ਨ ਕੰਜੰਕਸ਼ਨ ਵਗੈਰਾ WH ਫੈਮਿਲੀ ਦੇ ਹੋਰ ਕਈ ਮੈਂਬਰ ਨੇ ਜਿਹੜੇ ਉਹ ਵਿੱਚ ਆਉਂਦੇ ਨੇ ਤਾਂ ਉੱਥੇ ਕੀ ਹੈ ਸਟੂਡੈਂਟ ਹੈ ਜਿਹੜਾ ਉਹ ਪਜ਼ਲ ਹੋ ਜਾਂਦਾ ਤਾਂ ਉਹ ਆਪਾਂ ਕੀ ਹੈ ਜਦੋਂ ਆਪਾਂ ਇਸ ਦੀ ਫਿਊਚਰ ਕੰਟੀਨਿਊ ਟੈਂਸ ਦੀ ਆਪਾਂ ਪ੍ਰੈਕਟਿਸ ਐਕਸਰਸਾਈਜ਼ ਲੈ ਕੇ ਆਵਾਂਗੇ ਉਸ ਵਿੱਚ ਆਪਾਂ ਸਿਰਫ ਕੀ ਹੈ ਇਸ ਦੀਆਂ ਐਗਜ਼ਾਮਪਲਸ ਹੀ ਕਰਾਂਗੇ ਤਾਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀ ਐਗਜ਼ਾਮਪਲਸ ਨੇ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਰੇ WH ਫੈਮਿਲੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵੀ ਆਪਾਂ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਡੇ ਜਿਹੜਾ ਬੈਟਰ ਸਮਝ ਆ ਜਾਏ ਫਿਊਚਰ ਕੰਟੀਨਿਊ ਟੈਂਸ। ਸੋ ਆਈ ਹੋਪ ਕਿ ਜਿਹੜਾ ਫਿਊਚਰ ਕੰਟੀਨਿਊ ਟੈਂਸ ਹੈ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਜਿਹੜਾ ਆ ਗਿਆ ਹੋਵੇਗਾ। ਇਸ ਤੋਂ ਬਾਅਦ ਜਦੋਂ ਆਪਾਂ ਇਸ ਦੀ ਪ੍ਰੈਕਟਿਸ ਕਰਾਂਗੇ ਹੋਰ ਵੀ ਜਿਹੜੇ ਨੇ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਵੇਗਾ। ਕੋਈ ਵੀ ਜਿਹੜੀ ਤੁਹਾਨੂੰ ਡਾਊਟ ਹੈ ਤਾਂ ਉਹ ਡਾਊਟ ਹੈ ਜਿਹੜੀ ਤੁਹਾਡੀ ਪ੍ਰੈਕਟਿਸ ਐਕਸਰਸਾਈਜ਼ ਦੇ ਵਿੱਚ ਬਿਲਕੁਲ ਕਲੀਅਰ ਹੋ ਜਾਵੇਗੀ। ਸੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਐਂਡ ਲਾਈਕ ਜ਼ਰੂਰ ਕਰੋ। ਜੇਕਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਟੈਂਸਸ ਦੀਆਂ ਵੀਡੀਓਜ਼ ਨੇ ਉਹ ਆਪਣੇ ਚੈਨਲ ਉੱਪਰ ਦੇਖੋ। ਸੋ ਥੈਂਕ ਯੂ ਸੋ ਮਚ।